सतनाम वाहिगुरु साहिब जी। जन के चरण वसै मेरे हियर, संग पुनीता देही। जन की धूर देओ कृपा निध, नानक कै सुख ही। परम सन्मानयोग जुगो जुग अटल शब्द सतगुरु धन 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 साहिब श्री गुरु ग्रंथ साहिब जी महाराज, जिन्हां दे पावन पवित्र मुबारक गुरु शब्दी चरनां विच सुभाईमान होए बैठे गुरमुख प्यारे सतसंगी जनों, आप जी अति वडभागे हो जो कि नित कर्म अनुसार सतगुरां दे पावन चरनां विच हाजरियां भर के सतगुरु जी वल्लों बख्शिया होया अमोलक मनुखा जन्म सफल करन दा सफल यतन कर रहे हो। सतगुरु जी की कृपा सदका आप जी उन्हां महान गुरु के सिखां दा इतिहास सरवण कर रहे हो, जिन्हां ने सतगुरु महाराज दियां बख्शिशां प्राप्त करके बड़ी वड्डी घालना घाल के साडे वास्ते उन्हां सिखां दा जीवन जिहड़ा है चानन मुनारा है। क्योंकि गुरबाणी जिहड़ी है वो करनी है, इतिहास जिहड़ा है कथनी है। जो गुरबाणी ने किया है उन्हां गुरसिखां ने उहदे एक एक अखर दे उपर अपने जीवन नूं कमाउण दा यतन कीता है। ते उन्हां दा इतिहास पढ़न सुणन दा सानूं लाभ भी हो सकदा है जे आपां भी उस जीवन दे विचों कुछ प्राप्त करके उस दे मुताबिक जीवन ढालण दा यतन करिए। अज उस महान पुरख जिन्हां ने 113 साल सिक्खी दी सेवा की है, बड़े सत्कार दे नाल अज भी उन्हां नूं कौम दे विच हमेशा याद किया जांदा ते याद किया जांदा रहेगा। श्रीमान बाबा बुढ़ा साहब जी, बड़ी कृपा हुई गुरु नानक साहब महाराज दी। वैसे जी आपां उन्हां दा पिछोकड़ इतिहास देखते हैं, जन्म उन्हां दा पिंड कत्थू नंगल, जिला अमृतसर साहिब, 1506 दे विच उन्हां दा जन्म होया। पिता भाई सुंघा रंधावा, माता गौरा जी, ते उन्हां दी पत्नी दा नाम सी बीबी मरोआ जी, ते 4 पुत्र होए बाबा बुढ़ा साहब जी दे। हुण संबंध जिस वेले गुरु नानक साहब जी दे नाल बनदा है, परिवार जिहड़ा सी कत्थू नंगल छड्ड के रमदास पिंड रहन लग पे। जिस वेले सतगुरु महाराज उस पावन धरती ते पहुंचदे आ, क्योंकि जिमीदार सन ते जिस वेले मझां चराउण वास्ते खेतां विच जांदे आ,
ਤੇ ਦੇਖਦੇ ਹਨ ਕਿ ਕੋਈ ਮਹਾਪੁਰਸ਼ ਬੈਠੇ ਆ ਅਤੇ ਲੋਕ ਸਾਹਮਣੇ ਬੈਠ ਕੇ ਉਹਨਾਂ ਦੇ ਕੋਲੋਂ ਕੁਝ ਸੁਣ ਰਹੇ ਆ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਜਿਹੜੀ ਹੈ 12 ਸਾਲ ਦੀ ਹੈ। ਭਾਵੇਂ ਬਚਪਨ ਦੇ ਵਿੱਚ ਨਾਮ ਮਾਂ-ਬਾਪ ਨੇ ਬੁੱਢਾ ਰੱਖਿਆ ਸੀ, ਬੁੱਢਾ, ਤੇ ਜਾ ਕੇ ਸੰਗਤ ਵਿੱਚ ਬੈਠ ਕੇ, ਜਿੱਦਾਂ ਬੱਚੇ ਬੈਠੇ ਆ ਉਸ ਤਰ੍ਹਾਂ ਸੰਗਤ ਵਿੱਚ ਬੈਠ ਕੇ, ਬਹੁਤ ਵੱਡੀ ਮਹਾਨਤਾ ਹੈ ਸੰਗਤ ਦੀ। ਸੰਗਤ ਕਿਹਨੂੰ ਕਹਿੰਦੇ ਆ, ਇਹ ਵੀ ਸਤਿਗੁਰੂ ਨੇ ਬਾਣੀ ਵਿੱਚ ਦੱਸਿਆ। ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਣੀ। ਨਾਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਹੈ, ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਮਨ ਸੰਗਤ ਵਿੱਚ ਆ ਕੇ ਜੁੜਦਾ ਹੈ। ਨਹੀਂ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ। ਅਸੀਂ ਕਿੱਦਾਂ ਡਿਊਟੀ ਦੇ ਨਾਲ, ਬਿਲਕੁਲ ਟਾਈਮ ਦੇ ਨਾਲ ਦੁਕਾਨ ਖੋਲ੍ਹਦੇ ਹਾਂ, ਟਾਈਮ ਦੇ ਨਾਲ ਦੁਕਾਨ ਬੰਦ ਕਰ ਦਿੰਦੇ ਹਾਂ, ਔਰ ਬੜੀ ਸੁਚੇਤਤਾ ਦੇ ਨਾਲ ਕੰਮ ਕਰਦੇ ਹਾਂ, ਇੱਕ ਇੱਕ ਧਿਆਨ ਰੱਖਦੇ ਹਾਂ, ਇੱਕ ਇੱਕ ਗੱਲ ਦਾ ਧਿਆਨ ਰੱਖਦੇ ਹਾਂ, ਕਿੱਦਾਂ ਸਾਨੂੰ ਲਾਭ ਹੋ ਸਕਦਾ ਹੈ, ਕਿੱਦਾਂ ਸਾਡਾ ਬਿਜ਼ਨਸ ਵੱਧ ਸਕਦਾ ਹੈ। ਉਹਦੇ ਵੱਲ ਜਿੱਦਾਂ ਮਨੁੱਖ ਦਾ ਧਿਆਨ ਹੋਣਾ ਵੀ ਚਾਹੀਦਾ ਹੈ, ਕਿਉਂਕਿ ਸਤਿਗੁਰ ਨੇ ਕਿਰਤ ਕਰਨੀ, ਸਿੱਖ ਵਿਹਲੜਾ ਨਹੀਂ ਚਾਹੀਦਾ। ਪਰ ਇਹ ਨਹੀਂ ਕਿ ਸਿਰਫ ਕਿਰਤ ਕਰਨੀ ਹੈ, ਦੂਸਰੀ ਗੱਲ ਭੁੱਲ ਜਾਣੀ ਹੈ। ਜਿਸ ਤਰ੍ਹਾਂ ਤੁਸੀਂ ਵੀ ਕਿਰਤ ਕਰਦੇ ਹੋ, ਕਾਰੋਬਾਰ ਕਰਦੇ ਹੋ, ਜਦੋਂ ਸਮਾਂ ਹੈ ਸੰਗਤ ਦਾ ਸਮਾਂ, ਸੰਗਤ ਵਿੱਚ ਆ ਕੇ ਸੁਭਾਏਮਾਨ ਹੁੰਦੇ ਹੋ। ਹਰੇਕ ਬੰਦੇ ਦੀ ਬੱਸ ਦੀ ਗੱਲ ਨਹੀਂ ਹੈ। ਭਾਈ ਗੁਰਦਾਸ ਕਹਿੰਦੇ, ਜੈਸੇ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵੇ। ਇੱਦਾਂ ਮਨ ਕਹਿੰਦੇ ਸੰਗਤ ਵਿੱਚ ਆ ਕੇ ਪ੍ਰਭੂ ਦੀ ਸਿਫਤ ਵਿੱਚ ਨਹੀਂ ਜੁੜਦਾ, ਜਿੱਦਾਂ ਸਾਡਾ ਮਨ ਦੁਕਾਨ ਤੇ ਬੈਠ ਕੇ ਜੁੜ ਜਾਂਦਾ। ਬਹੁਤ ਭਾਗਾਂ ਵਾਲੇ ਹੋ ਜਿਨ੍ਹਾਂ ਦਾ ਤਨ ਵੀ ਜੁੜ ਜਾਂਦਾ ਤੇ ਮਨ ਵੀ ਜੁੜ ਜਾਂਦਾ। ਸੰਗਤ ਦੇ ਵਿੱਚ ਬਹੁਤ ਵੱਡੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਬੀਰ ਸਾਹਿਬ ਕਹਿੰਦੇ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੁੰਦੀ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀਜੇ ਜੀ। ਆ ਕੇ ਉੱਥੇ ਬੈਠ ਕੇ ਸੰਗਤ ਵਿੱਚ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਮਹਾਰਾਜ ਜੀ ਸਮਝਾ ਰਹੇ ਹੈ। ਹੁਣ ਗੁਰੂ ਸਮਝਾਉਣ ਵਾਲਾ ਹੋਵੇ ਤੇ ਫਿਰ ਕਿਉਂ ਨਾ ਸਮਝੇਗਾ ਮਨੁੱਖ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰੇ। ਕਿਉਂਕਿ ਸਾਡੇ ਬੋਲਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਜਿੰਨੀ ਬੋਲਾਂ 'ਚ ਗੁਰੂ ਨਾਨਕ ਪਾਤਸ਼ਾਹ ਦੀ ਤਾਕਤ ਸੀ। ਤੇ ਇਹ ਵੀ ਇਤਿਹਾਸਕਾਰ ਲਿਖਦੇ ਕਿ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ 3 ਕਰੋੜ ਸਿੱਖ ਬਣਾਏ। 3 ਕਰੋੜ ਅਸੀਂ ਵਧਾਏ ਨਹੀਂ ਹੈ, ਅਸੀਂ ਘਟਾ ਲਏ। ਤੇ ਜਿੱਥੇ ਗੁਰੂ ਸਾਹਿਬ ਮਹਾਰਾਜ ਜਿੱਥੇ ਜਾਂਦੇ ਸੀ, ਜਿੱਥੇ ਸ਼ਬਦ ਪੜ੍ਹਦੇ ਸੀ, ਕਿਉਂਕਿ ਪਿੱਛੇ ਤਾਕਤ ਸੀ, ਬੋਲਾਂ ਦੇ ਵਿੱਚ ਤਾਕਤ ਸੀ। ਜੇ ਕਿਤੇ ਸਾਡੇ ਬੋਲਾਂ ਦੇ ਵਿੱਚ ਕੋਈ ਤਾਕਤ ਹੈ, ਉਹ ਸਾਡੀ ਨਹੀਂ ਹੈ, ਉਹ ਅਕਾਲ ਪੁਰਖ ਦੀ ਹੈ, ਪ੍ਰਮਾਤਮਾ ਦੀ। ਜੇ ਮੈਂ ਕਹਾਂ ਮੈਂ ਬੋਲ ਦਿੱਤਾ, ਤੁਸੀਂ ਮੇਰੇ ਕਹਿਣ ਤੇ ਸੰਗਤ ਕਰਦੇ ਹੋ, ਜਾਂ ਮੈਂ ਕਹਿ ਦਿੱਤਾ, ਨਹੀਂ, ਇਹ ਤਾਂ ਗੁਰੂ ਦਾ ਸੁਣਿਆ ਹੈ। ਤਾਕਤ ਕਿਹਦੀ ਹੈ? ਗੁਰੂ ਦੀ ਤਾਕਤ ਹੈ, ਉਹ ਸਾਨੂੰ ਵਰਤ ਰਿਹਾ ਹੈ। ਗੁਰੂ ਸਾਡੀ ਰਸਨਾ ਵਰਤ ਰਿਹਾ, ਸਾਡੇ ਅੰਦਰ ਬੈਠ ਕੇ ਬੋਲ ਰਿਹਾ ਹੈ। ਜੇ ਤੁਸੀਂ ਸੁਣ ਰਹੇ ਹੋ, ਤੁਸੀਂ ਨਹੀਂ ਸੁਣ ਰਹੇ, ਤੁਹਾਡੇ ਅੰਦਰ ਵੀ ਉਹੀ ਹੈ। ਉਹ ਹਰੇਕ ਦੇ ਅੰਦਰ ਪ੍ਰਮਾਤਮਾ ਬੈਠਾ ਹੈ। ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਕਥਨ ਕਰਨ ਵਾਲਾ, ਆਪ ਹੀ ਸੁਣਨ ਵਾਲਾ ਹੈ, ਤੇ ਦੂਸਰਾ ਤਾਂ ਕੋਈ ਹੈ ਹੀ ਨਹੀਂ। ਕਿਉਂਕਿ ਉਹ ਬੋਲਾਂ ਦੇ ਵਿੱਚ ਤਾਕਤ ਉਹ ਕਿਹਦੀ ਆ? ਅਕਾਲ ਪੁਰਖ ਦੀ ਹੈ। ਜਿੱਦਾਂ ਹੁਣ ਕਚਹਿਰੀ ਚਲੇ ਜਾਓ, ਆਵਾਜ਼ ਪੈਂਦੀ ਹੈ ਅੰਦਰੋਂ, ਉਹ ਸੰਤਰੀ ਨੂੰ ਕੋਈ ਉੱਦਾਂ ਗਲੀ 'ਚ ਖੜੇ ਹੋ ਕੇ ਕਿਤੇ ਆਵਾਜ਼ ਦੇਵੇ, ਕਿਸੇ ਸੁਣਨੀ ਉਹਦੀ ਆਵਾਜ਼? ਕੋਈ ਵੀ ਨਹੀਂ ਸੁਣੇਗਾ। ਉੱਥੇ ਉਹ ਨਾਮ ਲੈਂਦਾ, 1 ਵਾਰੀ ਬੋਲੇਗਾ, 2 ਵਾਰੀ ਬੋਲੇਗਾ। ਜਦੋਂ ਉਹਦੇ ਬੋਲ ਨੂੰ ਸੁਣਨਾ ਪੈਂਦਾ ਵੀ ਕਦੋਂ ਆਵਾਜ਼ ਆਏਗੀ ਅੰਦਰ,
ਤੇ ਉਹਦੀ ਆਵਾਜ਼ ਦੇ ਪਿੱਛੇ ਤਾਕਤ ਕਿਹਦੀ ਹੈ? ਜੱਜ ਦੀ ਤਾਕਤ ਹੈ। ਤੇ ਸਤਿਗੁਰੂ ਮਹਾਰਾਜ ਆਪ ਪਰਮੇਸ਼ਰ ਸਨ, ਜਿਹੜੇ ਉਹਨਾਂ ਦੇ ਬਚਨਾਂ ਨੂੰ ਸੁਣਦਾ ਸੀ ਉਹ ਸਤਿਗੁਰੂ ਦਾ ਹੀ ਬਣ ਜਾਂਦਾ ਸੀ। ਕਾਫੀ ਦਿਨ ਹੋ ਗਏ ਆਉਂਦੇ ਆ ਸੰਗਤ ਵਿੱਚ ਬੁੱਢਾ ਜੀ ਨੂੰ, ਤੇ ਇੱਕ ਦਿਨ ਪੁੱਛਿਆ, ਬੇਟਾ ਆਮ ਕਰਕੇ ਵੱਡੇ ਵੀ ਸੰਗਤ ਵਿੱਚ ਬੈਠਣ ਲਈ ਕਤਰਾਉਂਦੇ ਆ, ਮੈਂ ਦੇਖਦਾ ਵੀ ਤੂੰ ਬੜੀ ਲਗਨ ਦੇ ਨਾਲ ਬੈਠਾ ਹੈ। ਲਗਨ ਪੈਦਾ ਹੋਣੀ ਬਹੁਤ ਵੱਡੀ ਗੱਲ ਹੈ। ਮਾਫ ਕਰਨਾ, ਜੇ ਨਾ ਗੁਆਂਢੀਆਂ ਦਾ ਕੋਈ ਬੱਚਾ ਗੁਰਬਾਣੀ ਪੜ੍ਹਨ ਲੱਗ ਜਾਏ, ਗੁਰਦੁਆਰੇ ਆਉਣ ਲੱਗ ਜਾਏ, ਅਸੀਂ ਮਜ਼ਾਕ ਕਰਦੇ, ਸੰਤ ਜੀ ਕਿਰਪਾ ਕਰਿਓ। ਜੇ ਕਹਿਣਗੇ ਨਾ ਵੀ ਤੁਹਾਡਾ ਬਣੇਗਾ, ਵੀ ਫਿਰ ਬਿਜ਼ਨਸ ਕੌਣ ਸੰਭਾਲੇਗਾ? ਅਸੀਂ ਬਣਾਉਣਾ ਹੀ ਨਹੀਂ ਚਾਹੁੰਦੇ ਗੁਰਮੁਖ। ਬਹੁਤ ਭਾਗਾਂ ਵਾਲੇ ਜੋ ਮਾਂ-ਬਾਪ ਬੱਚਿਆਂ ਨੂੰ ਵੀ ਲੈ ਕੇ ਆਉਂਦੇ, ਆਪ ਵੀ ਜੁੜਦੇ, ਬੱਚੇ ਵੀ ਜੁੜਦੇ। ਇਹ ਬਹੁਤ ਵੱਡੀ ਕਿਰਪਾ ਹੁੰਦੀ ਹੈ, ਬਹੁਤ ਵੱਡੀ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ। ਸੰਗਤ ਵਿੱਚ ਆਉਣਾ ਹੀ ਵੱਡੀ ਕਿਰਪਾ ਹੈ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦੇ। ਤੇ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਤੇਰੇ ਅੰਦਰ ਲਗਨ ਕਿੱਥੋਂ ਪੈਦਾ ਹੋ ਗਈ? ਕਹਿਣ ਲੱਗਾ, ਦੋ ਉਦਾਹਰਨਾਂ ਦਿੱਤੀਆਂ ਸੀ। ਕਹਿਣ ਲੱਗਾ, ਸਤਿਗੁਰੂ ਜੀ ਮੈਂ ਇੱਕ ਦਿਨ ਆਪਣੀ ਮਾਂ ਦੇ ਕੋਲ ਬੈਠਾ ਸੀ ਤੇ ਮਾਂ ਅੰਗੀਠੀ ਵਿੱਚ ਲੱਕੜਾਂ ਬਾਲ ਰਹੀ ਸੀ। ਛੋਟੀਆਂ ਪਹਿਲਾਂ ਜਲ ਗਈਆਂ ਤੇ ਵੱਡੀਆਂ ਬਾਅਦ ਵਿੱਚ ਜਲੀਆਂ। ਤੇ ਮੇਰੇ ਮਨ ਵਿੱਚ ਆਇਆ ਕਿ ਪਤਾ ਨਹੀਂ ਵੱਡੇ ਹੋਣਾ ਕਿ ਨਹੀਂ ਹੋਣਾ, ਇਹ ਛੋਟੀਆਂ ਲੱਕੜਾਂ ਮਗਰ ਜਲ ਜਾਵਾਂਗੇ, ਜਲਦੀ ਦੁਨੀਆ ਤੋਂ ਚਲੇ ਜਾਵਾਂਗੇ। ਇੱਕ ਸਹਿਮ, ਮੌਤ ਦਾ ਸਹਿਮ ਸੀ। ਪਠਾਨ ਆਏ, ਖੇਤੀ ਵੱਢ ਕੇ ਲੈ ਗਏ, ਕੱਚੀ ਪੱਕੀ ਸਾਰੀ ਲੈ ਗਏ, ਕੀ ਪਤਾ ਪੱਕੇ ਹੋਣਾ ਕਿ ਨਹੀਂ ਹੋਣਾ। ਗੁਰੂ ਸਾਹਿਬ ਮਹਾਰਾਜ ਕਹਿੰਦੇ, ਭਾਈ ਜਿਸ ਤਰ੍ਹਾਂ ਬਾਣੀ ਕਹਿੰਦੀ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੇ। ਗੁਰੂ ਦੀ ਸ਼ਰਨ ਵਿੱਚ ਆਓ ਜੇ ਤੁਹਾਨੂੰ ਇਸ ਮੌਤ ਤੋਂ ਡਰ ਲੱਗਦਾ। ਆਹ ਗੁਰੂ ਸਾਹਿਬ ਕਹਿੰਦੇ ਤੈਨੂੰ ਉਹਦੇ ਨਾਲ ਜੋੜ ਲਵਾਂ, ਉਹਦੇ ਨਾਲ ਜੋੜ ਦਿਆਂਗਾ ਜਿਹੜਾ ਉਹਦਾ ਸਿਮਰਨ ਕਰਦਾ ਹੈ, ਉਹ ਨਿਰਭਉ ਪ੍ਰਮਾਤਮਾ ਦੇ ਨਾਲ ਤੈਨੂੰ ਜੋੜ ਦਿਆਂਗਾ। ਉਹਦੇ ਨਾਲ ਜੁੜਿਆ ਫਿਰ ਕਿਸੇ ਦਾ ਵੀ ਡਰ ਨਹੀਂ ਲੱਗੇਗਾ, ਕਿਸੇ ਦਾ ਵੀ ਡਰ ਨਹੀਂ ਲੱਗੇਗਾ। ਤੂੰ ਤਾਂ ਬਜ਼ੁਰਗਾਂ ਵਾਲੀ ਗੱਲ ਕਰਦਾ। ਉਦੋਂ ਤੋਂ ਕਹਿੰਦੇ ਹਨ, ਨਾਮ ਇਤਿਹਾਸ ਕਹਿ ਰਿਹਾ ਹੈ ਕਿ ਉਸ ਦਿਨ ਤੋਂ ਨਾਮ ਬੁੱਢਾ ਜੀ ਪੈ ਗਿਆ ਤੇ ਸਾਰਾ ਜਗਤ ਅੱਜ ਬਾਬਾ ਬੁੱਢਾ ਸਾਹਿਬ ਜੀ ਕਰਕੇ ਉਹਨਾਂ ਨੂੰ ਯਾਦ ਕਰਦਾ ਹੈ। ਸਤਿਗੁਰੂ ਮਹਾਰਾਜ ਨਾਲ ਸੰਗਤ ਕਰਦੇ ਆ, ਆਪਣੀ ਖੇਤੀ ਕਰਦੇ ਆ। ਦੇਖੋ ਕਿੰਨਾ ਵੱਡਾ ਮਾਣ ਪ੍ਰਾਪਤ ਹੋਇਆ। ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਸ ਵੇਲੇ ਗੁਰਤਾ ਗੱਦੀ ਦਿੱਤੀ ਜਾਂਦੀ ਸੀ ਤੇ ਉਸ ਵੇਲੇ ਅਰਦਾਸ ਦੀ ਜਿਹੜੀ ਰਸਮ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ ਸਨ। ਇੰਨਾ ਮਾਣ ਉਹਨਾਂ ਦੇ ਪਰਿਵਾਰ ਨੂੰ ਹੀ ਮਾਣ ਮਿਲਿਆ, ਗੁਰੂ ਕਲਗੀਧਰ ਪਾਤਸ਼ਾਹ ਤੱਕ, ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਨੂੰ। ਜੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਆ, ਥੋੜਾ ਜਿਹਾ ਮਾਹੌਲ ਐਸਾ ਬਣਿਆ ਕਿ ਸ਼ਾਇਦ ਪੁੱਤਰਾਂ ਨੇ ਸੋਚਿਆ ਸੀ ਕਿ ਪਿਤਾ ਤੋਂ ਬਾਅਦ ਅਸੀਂ ਗੁਰੂ ਬਣਾਂਗੇ, ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਦਾਤ ਜੋਤ ਖਸਮੇ ਵਡਿਆਈ। ਇਹ ਕੋਈ ਜੱਦੀ ਮਲਕੀਅਤ ਨਹੀਂ ਹੈ, ਇੱਕ ਇਸ਼ਾਰਾ ਦਿੱਤਾ, ਦੁਨੀਆ ਨੂੰ ਸਮਝਾ ਦਿੱਤਾ। ਦੁਨੀਆ ਨੂੰ ਸਮਝ, ਜੇ ਕਿਸੇ ਨੇ ਦੂਸਰੇ ਨੂੰ ਮਾਣ ਦਿੱਤਾ ਹੈ ਉਹ ਗੁਰੂ ਨਾਨਕ ਦੇ ਘਰ ਨੇ ਮਾਣ ਦਿੱਤਾ ਹੈ। ਅੱਜ ਇੱਕ ਮਰਦਾ, ਦੂਸਰਾ ਉਹਦਾ ਪੁੱਤਰ ਬਹਿ ਜਾਂਦਾ, ਤੀਸਰਾ, ਭਾਵੇਂ ਰਾਜਨੀਤੀ ਵਿੱਚ ਆ, ਭਾਵੇਂ ਸਮਾਜਿਕ ਤੌਰ ਤੇ ਆ, ਧਾਰਮਿਕ ਤੌਰ ਤੇ ਵੀ ਇਹੀ ਕੁਝ ਹੋ ਰਿਹਾ ਹੈ। ਪਰ ਗੁਰੂ ਸਾਹਿਬ ਦਾ ਸਿਧਾਂਤ ਜੇ ਅਸੀਂ ਪਾਲਾਂਗੇ ਨਾ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਤਿਕਾਰ ਹੋ ਜਾਏ, ਗੁਰੂ ਸਾਹਿਬ ਨੇ ਇਹੀ ਚੀਜ਼ ਸਿਖਾਈ ਹੈ ਕਿ ਤੁਸੀਂ ਆਪਣੇ ਥੱਲੇ ਦੇ ਬੰਦਿਆਂ ਨਾਲ ਮਿਲ ਕੇ ਚੱਲੋ। ਜੇ ਅਸੀਂ ਫੈਕਟਰੀ ਚਲਾ ਰਹੇ ਹਾਂ, ਦੁਕਾਨ ਚਲਾ ਰਹੇ, ਆਪਣੇ ਕਰਮਚਾਰੀਆਂ ਨਾਲ, ਵਰਕਰਾਂ ਦੇ ਨਾਲ ਮਿਲ ਕੇ ਚੱਲੋਗੇ ਤੇ ਇੱਕ ਤਾਂ ਤੁਹਾਡਾ ਕੰਮ ਵੀ ਬਹੁਤ ਵਧੀਆ ਸੁਚੱਜੇ ਢੰਗ ਨਾਲ ਉਹ ਕਰਨਗੇ, ਤੁਹਾਨੂੰ ਵੀ ਉਹਨਾਂ ਤੇ ਵਿਸ਼ਵਾਸ ਹੋਏਗਾ, ਉਹਨਾਂ ਨੂੰ ਵੀ ਤੁਹਾਡੇ ਤੇ ਵਿਸ਼ਵਾਸ ਹੋਏਗਾ। ਸਤਿਗੁਰ ਨੇ ਵੱਡਿਆਂ ਨਾਲ ਨਹੀਂ ਰੀਸਾਂ ਕੀਤੀਆਂ, ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਧ ਵੱਡਿਆਂ ਸਿਉ ਕਿਆ ਹਰੀਸ। ਤੇ ਉਸ ਵੇਲੇ ਪੁੱਤਰਾਂ ਨੂੰ ਲੱਗਾ ਕਿ ਸ਼ਾਇਦ ਗੁਰਤਾ ਗੱਦੀ ਸਾਨੂੰ ਮਿਲਣੀ, ਥੋੜਾ ਜਿਹਾ ਰੌਲਾ ਵੀ ਪਾਇਆ ਉਹਨਾਂ ਨੇ। ਗੁਰੂ ਅੰਗਦ ਦੇਵ ਜੀ ਇਕਾਂਤ ਵਿੱਚ ਚਲੇ ਗਏ ਖੰਡੂਰ ਸਾਹਿਬ, ਮਾਤਾ ਵਿਰਾਈ ਜੀ ਦੇ ਘਰ। ਹੁਣ ਇਹ ਸ਼ਖਸੀਅਤ ਐਸੀ ਆ ਬਾਬਾ ਬੁੱਢਾ ਸਾਹਿਬ ਜੀ,
ਸੰਗਤਾਂ ਇਕੱਠੀਆਂ ਹੋ ਕੇ ਗਈਆਂ ਵੀ ਗੁਰੂ ਸਾਹਿਬ ਜੀ ਦਾ ਪਤਾ ਨਹੀਂ ਲੱਗ ਰਿਹਾ, ਗੁਰੂ ਸਾਹਿਬ ਕਿੱਥੇ ਹਨ। ਕਹਿਣ ਲੱਗੇ ਚਲੋ ਆਪਾਂ ਚੱਲਦੇ ਹਾਂ। ਖੰਡੂਰ ਸਾਹਿਬ ਚਲੇ ਗਏ ਤੇ ਮਾਤਾ ਬਰਾਈ ਦੇ ਘਰ ਚਲੇ ਗਏ। ਉਹਨੂੰ ਪੁੱਛਦੇ ਆ ਵੀ ਗੁਰੂ ਸਾਹਿਬ ਤੁਹਾਡੇ ਘਰ, ਉਹਨਾਂ ਨੂੰ ਮਨਾ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ। ਕਹਿਣ ਲੱਗੇ ਨਹੀਂ, ਪਤਾ ਨਹੀਂ ਹੈ। ਇਹ ਨਹੀਂ ਆਖਿਆ ਕਿ ਮੇਰੇ ਘਰ ਨਹੀਂ ਹੈ, ਝੂਠ ਵੀ ਨਹੀਂ ਬੋਲਿਆ, ਪਤਾ ਨਹੀਂ ਹੈ। ਤੇ ਅਗਾਂਹ ਚਲੇ ਗਏ, ਕੀਰਤਨ ਕਰਦੇ, ਸੰਗਤਾਂ ਵੀ ਕੀਰਤਨ ਕਰਦੀਆਂ। ਫਿਰ ਘੁੰਮ ਕੇ ਆ ਗਏ, ਕਹਿੰਦੇ ਇੱਥੇ ਬਹਿ ਜਾਓ, ਇੱਥੇ ਬਹਿ ਜਾਓ। ਤੇ ਉੱਥੇ ਕੀਰਤਨ ਸ਼ੁਰੂ ਕਰ ਦਿੱਤਾ। ਤੇ ਹੌਲੀ ਹੌਲੀ ਫਿਰ ਸਤਿਗੁਰੂ ਮਹਾਰਾਜ ਦਰਵਾਜ਼ਾ ਖੋਲ੍ਹਿਆ, ਗੁਰੂ ਅੰਗਦ ਦੇਵ ਜੀ ਬਾਹਰ ਆ ਗਏ। ਕਹਿੰਦੇ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗ। ਫਿਰ ਕੀਰਤਨ ਦਾ ਸਨਮਾਨ ਗੁਰੂ ਸਾਹਿਬ ਕਰ ਰਹੇ, ਕਿਉਂਕਿ ਕਰਨੀ ਤੇ ਕਥਨੀ ਜਿਹੜੀ ਹੈ ਉਹ ਕਮਾ ਕੇ ਦਿਖਾਈ ਹੈ ਕਿ ਕਿਸ ਤਰ੍ਹਾਂ ਪ੍ਰੈਕਟੀਕਲ ਕਰਕੇ ਦਿਖਾਇਆ। ਇਸੇ ਤਰ੍ਹਾਂ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ, ਇਹੀ ਚੀਜ਼ ਉਹਨਾਂ ਨਾਲ ਵਰਤੀ। ਸਤਿਗੁਰੂ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਵੀ ਕੋਈ ਦਰਵਾਜ਼ਾ ਨਾ ਖੋਲੇ, ਦਰਵਾਜ਼ਾ ਖੜਕਾਏ ਨਾ। ਅੱਜ ਵੀ ਤੁਸੀਂ ਜਾਓ ਬਾਸਰ ਕੇ, ਗੁਰਦੁਆਰਾ ਸੰਨ ਸਾਹਿਬ ਹੈ, ਪਿੱਛੇ ਜਾ ਕੇ ਸੰਨ ਲਾਈ, ਕੰਧ ਪਾੜ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਮਨਾ ਕੀਤਾ ਸੀ। ਕਹਿੰਦੇ ਕਿ ਤੁਸੀਂ ਮਨਾ ਕੀਤਾ ਵੀ ਦਰਵਾਜ਼ੇ ਨੂੰ ਨਹੀਂ ਖੜਕਾਉਣਾ, ਤੇ ਸੰਨ ਤਾਂ ਲਾ ਹੀ ਸਕਦੇ। ਬਹੁਤ ਦੂਰ ਅੰਦੇਸ਼ੀ ਜੀਵਨ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਫਿਰ ਗੁਰੂ ਰਾਮਦਾਸ ਜੀ ਦਾ ਸਮਾਂ ਆਉਂਦਾ ਹੈ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸਮਾਂ ਆਉਂਦਾ ਹੈ। ਕਿਉਂਕਿ 1506 ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ। 1518 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਲ ਹੋਇਆ। 1604 ਦੇ ਵਿੱਚ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤਾ, ਤੇ ਪਹਿਲਾ ਮੁੱਖ ਗ੍ਰੰਥੀ ਹੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ। ਇੱਕ ਇੱਥੇ ਜ਼ਰੂਰ ਮੈਂ ਬੇਨਤੀ ਕਰਾਂਗਾ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਕੋਈ ਲਿਖਤ ਨਹੀਂ ਮਿਲਦੀ ਵੀ ਜਾਂ ਉਹਨਾਂ ਨੇ ਕੋਈ ਲਿਖਿਆ ਹੋਵੇ ਜਾਂ ਕਵਿਤ ਜਾਂ ਕੋਈ ਵਾਰਾਂ ਲਿਖੀਆਂ ਹੋਣ। ਕਿਹਨੇ ਲਿਖਿਆ? ਭਾਈ ਗੁਰਦਾਸ ਸਾਹਿਬ ਜੀ ਨੇ। ਹੁਣ ਪੜ੍ਹੇ ਲਿਖੇ ਭਾਈ ਗੁਰਦਾਸ ਸਾਹਿਬ ਜੀ ਹੈ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਿਹਾ ਜਾਂਦਾ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ, ਕਿਉਂਕਿ ਅਸੀਂ ਉਦਾਹਰਨ ਹੈ ਇੱਕ ਛੋਟੀ ਜਿਹੀ, ਅਸੀਂ ਲੰਗਰ ਜਿੰਨਾ ਮਰਜ਼ੀ ਵਧੀਆ ਬਣਾ ਲਈਏ, ਜੇ ਵਰਤਾਉਣ ਵਾਲਾ ਚੰਗਾ ਨਹੀਂ ਨਾ ਤਾਂ ਸਾਰਾ ਬੇਸਵਾਦਾ ਕਰ ਦਿੰਦਾ ਹੈ। ਤੇ ਗੁਰੂ ਸਾਹਿਬ ਨੇ ਉਸ ਮਹਾਨ ਸ਼ਖਸੀਅਤ ਨੂੰ, ਜਿਹਨੇ ਗੁਰੂ ਨਾਨਕ ਸਾਹਿਬ ਜੀ ਤੋਂ ਦਰਸ਼ਨ ਕੀਤੇ ਆ, ਤੇ ਉਹਨਾਂ ਨੂੰ ਮੁੱਖ ਗ੍ਰੰਥੀ ਥਾਪਿਆ। ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਆਖਿਆ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਮਾਨ ਗ੍ਰੰਥ ਜਬ ਖੋਲਾ, ਲੇਹੋ ਆਵਾਜ਼ ਬੁੱਢਾ ਤਾਂ ਬੋਲਾ। ਕੀ ਬੋਲਿਆ ਸੀ? ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਬਹੁਤ ਵੱਡਾ ਮਾਣ ਦਿੱਤਾ ਗਿਆ, ਬਹੁਤ ਵੱਡਾ ਸਤਿਕਾਰ ਕੀਤਾ, ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਵੱਖਰੀ ਗੱਲ ਹੈ, ਸਾਨੂੰ ਕਿਹਾ ਜਾਂਦਾ ਹੈ ਕਿ ਅਸੀਂ ਗੁਰੂ ਸਾਹਿਬ ਮਹਾਰਾਜ ਦੀ, ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਗੱਦੀ ਤੇ ਬੈਠੇ, ਪਰ ਸਾਡਾ ਉਹ ਜੀਵਨ ਨਹੀਂ ਹੈ, ਮਾਫ ਕਰਨਾ। ਔਰ ਸਾਨੂੰ ਇੰਨਾ ਭਰੋਸਾ ਵੀ ਗੁਰੂ ਸਾਹਿਬ ਜੀ ਦੇ ਉੱਪਰ ਨਹੀਂ ਹੈ ਜੇ ਅਸੀਂ ਤੁਹਾਨੂੰ ਕੀ ਭਰੋਸਾ ਦਿਵਾ ਸਕਦੇ ਹਾਂ। ਅੱਜ ਬਹੁਤ ਗਿਣਤੀ ਜਿਹੜੀ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਭਰੋਸਾ ਨਹੀਂ ਹੈ, ਜਿਨ੍ਹਾਂ ਨੇ ਜੀਵਨ ਕਮਾਇਆ। ਮੈਂ ਇੱਕ ਉਦਾਹਰਨ ਦੇ ਰਿਹਾ, ਤੁਸੀਂ ਵੀ ਕਥਾ ਸੁਣਦੇ ਹੋ। ਮਹਾਨ ਵਿਦਵਾਨ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਸ਼ਾਹਬਾਦ ਮਾਰਕੰਡਾ, ਉਹਨਾਂ ਨੇ ਮੰਜੀ ਸਾਹਿਬ ਵੀ, ਮੰਗਲਾ ਸਾਹਿਬ ਵੀ ਇਹ ਗੱਲ ਕਹੀ, ਉਹਨਾਂ ਨੇ ਸੁਣਾਈ ਹੈ। ਕਹਿੰਦੇ ਮੇਰੇ ਕੋਲ ਹਰੇਕ ਸਾਲ ਸਿੱਖ ਕੌਮ ਦੀ ਸਰਮੋਰ ਹਸਤੀ ਗੁਰਮਤ ਮਾਰਤੰਡ, ਅੱਜ ਦੇ ਯੁੱਗ ਦੇ ਭਾਈ ਗੁਰਦਾਸ ਸਾਹਿਬ ਜੀ, ਗਿਆਨੀ ਸੰਤ ਸਿੰਘ ਜੀ ਮਸਕੀਨ ਆਇਆ ਕਰਦੇ ਸਨ, ਕਥਾ ਕਰਦੇ ਸੀ ਸ਼ਾਹਬਾਦ ਮਾਰਕੰਡਾ। ਕਹਿੰਦੇ ਮੈਨੂੰ ਬਹੁਤ ਸਾਲ ਹੋ ਗਏ, 30 ਸਾਲ ਹੋ ਗਏ ਉੱਥੇ ਸੇਵਾ ਕਰਦੇ ਗੁਰਦੁਆਰੇ ਦੇ ਵਿੱਚ। ਤੇ ਇੱਕ ਦਿਨ ਫਿਰ ਮੇਰੇ ਮਨ ਵਿੱਚ ਆਇਆ ਕਿ ਗਿਆਨੀ ਜੀ ਮੈਂ ਤੁਹਾਨੂੰ ਮਿਲਣਾ ਹੈ। ਕਹਿਣ ਲੱਗੇ ਕਮਰੇ ਵਿੱਚ ਆ ਜਾਓ। ਮਸਕੀਨ ਜੀ ਨੇ ਬੁਲਾਇਆ ਤੇ ਭਾਈ ਸਾਹਿਬ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਡੇ ਨਾਲ ਗੱਲ ਕਰਨੀ। ਜਿਹੜੇ ਸਿੰਘ ਬੈਠੇ ਸੀ ਉਹਨਾਂ ਨੂੰ ਮਸਕੀਨ ਜੀ ਨੇ ਬਾਹਰ ਭੇਜ ਦਿੱਤਾ। ਕਹਿਣ ਲੱਗੇ ਦੱਸੋ ਸਿੰਘ ਸਾਹਿਬ ਕੀ ਗੱਲ ਹੈ? ਕਹਿਣ ਲੱਗੇ ਮਸਕੀਨ ਜੀ ਨੂੰ, ਕਹਿਣ ਲੱਗੇ ਗਿਆਨੀ ਜੀ ਮੈਨੂੰ 30 ਸਾਲ ਹੋ ਗਏ ਪਰ ਮੇਰੀ ਪੂਰੀ ਨਹੀਂ ਪੈਂਦੀ। ਤੂੰ ਕਹਿੰਦੇ ਫਿਰ ਤੂੰ ਝੂਠ ਬੋਲਦਾ ਕਿ ਤੂੰ ਗ੍ਰੰਥੀ ਹੈ, ਤੂੰ ਝੂਠ ਬੋਲਦਾ। ਕਹਿਣ ਲੱਗਾ ਜੀ ਮੈਂ ਗ੍ਰੰਥੀ, ਤੁਸੀਂ ਤਾਂ ਜਾਣਦੇ ਹੋ, ਮੈਂ ਇੰਨੇ ਸਾਲਾਂ ਤੁਸੀਂ ਆ ਰਹੇ।
ਕਹਿੰਦੇ ਜਿਹਨੂੰ ਤੈਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਹੈ, ਤੂੰ ਗ੍ਰੰਥੀ ਹੈ ਤੇ ਸੰਗਤ ਨੂੰ ਕੀ ਵਿਸ਼ਵਾਸ ਦਿਖਾਏ। ਉਹ ਦਿਨ ਸੀ ਕਹਿੰਦੇ ਜਿੱਦਣ ਫਿਰ ਅਟਲ ਵਿਸ਼ਵਾਸ ਬਣ ਗਿਆ। ਤੇ ਉਹ ਤਾਂ ਜੀਵਨ ਹੁੰਦਾ ਨਾ, ਉਹ ਮਹਾਂਪੁਰਖਾਂ, ਮੈਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਹੈ, ਬਚਨ ਪਿੱਛੇ ਤਾਕਤ ਹੁੰਦੀ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹਨਾਂ ਦਾ ਬਚਨ ਕਮਾ ਲਿਆ। ਉਦੋਂ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ। ਅੱਜ ਦੁਨੀਆ ਦੇ ਵਿੱਚ ਪ੍ਰਸਿੱਧ ਆ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ, ਗੁਰਬਾਣੀ ਵਿਆਕਰਨ, ਜਿਸ ਵੇਲੇ ਬੋਲਦੇ ਆ ਫੁੱਲ ਝੜਦੇ ਆ। ਬੜੀ ਕਿਰਪਾ ਹੈ ਮਹਾਰਾਜ ਦੀ, ਕਿਉਂਕਿ ਸਾਨੂੰ ਇੱਕ ਸੇਧ ਮਿਲਦੀ ਇੱਦਾਂ ਦੇ ਗੁਰਸਿੱਖਾਂ ਦੇ ਜੀਵਨ ਨੂੰ ਪੜ੍ਹ ਕੇ ਸੁਣ ਕੇ ਸੇਧ ਮਿਲਦੀ ਵੀ ਅਸੀਂ ਕਿੱਥੇ ਖੜੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਗੁਰੂ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਪਹਿਲਾਂ ਮੁੱਖ ਗ੍ਰੰਥੀ ਸਥਾਪਿਤ ਕੀਤਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਸਾਹਿਬ ਜੀ ਕੀਤਾ। ਉਸ ਤੋਂ ਬਾਅਦ 2 ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਧਾਰਨ ਕਰਾਉਂਦੇ। ਇਹ ਸਾਰਾ ਜਿੰਨੀ ਸਿਖਲਾਈ ਆ, ਪੜ੍ਹਾਈ ਜਿਹੜੀ ਹੈ, ਸ਼ਸਤਰ ਵਿਦਿਆ ਜਿਹੜੀ ਹੈ, ਉਹ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਆ। ਹੁਣ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵੀ ਚਲਾਉਂਦੇ ਹੋਣਗੇ, ਪਰ ਸਾਡੇ ਇਤਿਹਾਸ ਨੇ ਕੀ ਕੀਤਾ, ਬੇਇਨਸਾਫੀ ਬਹੁਤ ਕੀਤੀ ਹੈ। ਅੱਜ ਐਸੀਆਂ ਚਾਲਾਂ ਚੱਲੀਆਂ ਜਾਂਦੀਆਂ, ਬਾਬਾ ਬੁੱਢਾ ਸਾਹਿਬ ਨੂੰ ਸਿਰਫ ਪੁੱਤਰ ਵੰਡਣ ਵਾਲਾ ਬਣਾ ਦਿੱਤਾ, ਤੇ ਜਿਹੜਾ ਉਹਨਾਂ ਦਾ ਦੂਸਰਾ ਪੱਖ ਹੈ ਸਿਪਾਹੀ ਵਾਲਾ, ਸ਼ਸਤਰ ਵਿਦਿਆ ਵਾਲਾ, ਉਹ ਲੁਕੋ ਦਿੱਤਾ ਗਿਆ ਇਤਿਹਾਸ ਦੇ ਵਿੱਚ। ਤੇ ਕਿੰਨੀ ਤਾਕਤ ਹੋਏਗੀ ਉਹਨਾਂ ਦੇ ਜੀਵਨ ਦੇ ਵਿੱਚ। 98 ਸਾਲ ਦੀ ਉਮਰ ਸੀ ਜਿੱਦਣ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਬਣੇ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਇਤਿਹਾਸ ਦੇ ਵਿੱਚ ਜਹਾਂਗੀਰ ਬਾਦਸ਼ਾਹ ਸੀ, ਇੱਧਰ ਹੁਣ ਗੁਰੂ ਸਾਹਿਬ ਮਹਾਰਾਜ ਨੇ ਟੱਕਰ ਦਿੱਤੀ ਹਕੂਮਤ ਨੂੰ, ਤੇ ਗੁਰੂ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਗਵਾਲੀਅਰ ਦੇ ਕਿਲੇ ਦੇ ਵਿੱਚ। ਉਸ ਵੇਲੇ ਸੰਗਤ ਨੂੰ ਸੰਭਾਲਣਾ ਦੇ 2 ਸ਼ਖਸੀਅਤਾਂ ਸੀ ਕੌਮ ਦੇ ਵਿੱਚ, ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ। ਤੇ ਉਮਰ ਕਿੰਨੀ ਸੀ ਉਸ ਵੇਲੇ? 106 ਸਾਲ ਦੀ ਉਮਰ ਸੀ। ਅੱਜ ਅਸੀਂ ਟ੍ਰੇਨ ਵਿੱਚ ਵੀ ਜਾਈਏ ਤਾਂ ਸਾਨੂੰ ਟਾਈਮ ਲੱਗਦਾ। ਅੰਮ੍ਰਿਤਸਰ ਤੋਂ ਗਵਾਲੀਅਰ ਪੈਦਲ ਆਉਂਦੇ ਆ ਬਾਬਾ ਬੁੱਢਾ ਸਾਹਿਬ ਜੀ, ਤੇ ਪਹਿਲਾਂ ਚੌਂਕੀ ਕੱਢਦੇ ਆ, ਜਿਹਨੂੰ ਰੋਸ ਚੌਂਕੀਆਂ ਵੀ ਕਿਹਾ ਗਿਆ। ਮਿਸਾਲ ਲੈ ਕੇ, ਨਿਸ਼ਾਨ ਸਾਹਿਬ ਲੈ ਕੇ ਪਿੰਡਾਂ ਦੇ ਵਿੱਚ ਸੰਗਤਾਂ ਨੂੰ ਜਾਗਰੂਕ ਕੀਤਾ, ਹਕੂਮਤ ਦੇ ਖਿਲਾਫ ਜਾਗਰੂਕ ਕੀਤਾ। ਔਰ ਫਿਰ ਗਵਾਲੀਅਰ ਦੇ ਕਿਲੇ ਆਉਂਦੇ ਆ, ਪਰਿਕਰਮਾ ਕਿਲੇ ਦੀ ਕਰਦੇ ਆ, ਕਿਲੇ ਦੀਆਂ ਕੰਧਾਂ ਨੂੰ ਮੱਥਾ ਟੇਕਦੇ ਆ। ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਕੀ ਕਰ ਰਹੇ ਹੋ, ਕੰਧਾਂ ਨੂੰ ਕਿਉਂ ਮੱਥਾ ਟੇਕਦੇ ਹੋ? ਕਹਿੰਦੇ ਕਿ ਕੰਧਾਂ ਨਹੀਂ, ਅੰਦਰ ਮੇਰਾ ਗੁਰੂ ਬਿਰਾਜਮਾਨ ਹੈ, ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ। ਤੇ ਜਿਸ ਵੇਲੇ ਵਾਪਸ ਚਲੇ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਿਹਾ ਹੋਏ ਗਵਾਲੀਅਰ ਦੇ ਕਿਲੇ ਚੋਂ, ਤੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਜਿਸ ਵੇਲੇ ਪਤਾ ਲੱਗਾ। ਤੇ ਸਤਿਗੁਰੂ ਜੀ ਨੇ ਬੁਲਾਇਆ, ਬਾਬਾ ਬੁੱਢਾ ਸਾਹਿਬ ਤੁਹਾਡੀ ਜਿਹੜੀ ਚੌਂਕੀ ਆ ਉਹ ਜੁਗੋ ਜੁਗ ਅਟਲ ਰਹੇਗੀ। ਅਸੀਂ ਵੈਸੇ ਜਾਣਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ, ਚੰਗੀ ਗੱਲ ਹੈ, ਤੇ ਜਿਹੜੇ ਇਤਿਹਾਸ ਨੂੰ ਦੇਖਦੇ ਆ ਉਹਨਾਂ ਨੂੰ ਵੀ ਮੁਬਾਰਕ ਹੈ। ਪਰ ਕਈ ਤਾਂ ਘੁੰਮ ਫਿਰ ਕੇ ਸੈਰ ਸਪਾਟਾ ਕਰਨ ਜਾਂਦੇ ਆ। ਅੱਜ ਕੱਲ੍ਹ ਤਾਂ ਬੜਾ ਹੋ ਗਿਆ ਨਾ, ਤੁਸੀਂ ਦੇਖਦੇ ਹੀ ਹੋ ਫੇਸਬੁੱਕ ਤੇ ਫੋਟੋ ਪਾਉਣਗੇ, ਉੱਥੇ ਲਿਖਿਆ ਗਾ ਇੰਜੋਏ ਅੰਮ੍ਰਿਤਸਰ, ਇੰਜੋਏ ਕਰਨ ਜਾਂਦੇ ਆ। ਕੋਈ ਸੂਟ ਲੈ ਕੇ ਆ ਗਿਆ, ਕੋਈ ਪਾਪੜ ਬੜੀਆਂ ਲੈ ਕੇ ਆ ਗਿਆ। ਵੀ ਉੱਥੇ ਇਤਿਹਾਸ ਜਿਹੜਾ, ਉੱਥੇ ਕਣ ਕਣ ਦੇ ਵਿੱਚ ਇਤਿਹਾਸ ਹੈ, ਕਣ ਕਣ ਹਰੇਕ ਚੀਜ਼ ਦੇ ਵਿੱਚ ਇਤਿਹਾਸ। ਅੱਜ ਤੁਸੀਂ ਸ਼ਾਮ ਨੂੰ ਉੱਥੇ ਚੌਂਕੀ ਬਾਬਾ ਬੁੱਢਾ ਸਾਹਿਬ ਦੀ ਨਿਕਲਦੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਪਰਿਕਰਮਾ ਦੇ ਵਿੱਚ 5-7 ਗੁਰਸਿੱਖ ਬਾਣੀ ਪੜ੍ਹਦੇ, ਨਿਸ਼ਾਨ ਸਾਹਿਬ ਲੈ ਕੇ ਪਰਿਕਰਮਾ ਕਰਦੇ ਆ। ਤੁਸੀਂ ਆਰਤੀ ਤੋਂ ਬਾਅਦ ਦੇਖੋ ਤੇ ਕੀਰਤਨ ਬੰਦ ਹੋ ਜਾਂਦਾ, ਉਸ ਵੇਲੇ ਛੋਟੀ ਅਰਦਾਸ ਹੁੰਦੀ ਹੈ ਕਿ ਉਹਨੂੰ ਪੁੱਛੋ ਉੱਥੇ ਜਾ ਕੇ ਇਹ ਕਿਉਂ ਹੋਇਆ। ਕਹਿਣ ਲੱਗੇ ਬਾਬਾ ਬੁੱਢੇ ਦੀ ਚੌਂਕੀ ਆਈ ਹੈ। ਇੰਨਾ ਸਨਮਾਨ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਦਾ। ਤੇ ਫਿਰ ਸਰੀਰ ਜਿਹੜਾ ਸੀ, ਕਿਉਂਕਿ ਇੱਕ ਜ਼ਮੀਨ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਮਹਾਰਾਜ ਨੂੰ ਭੇਟਾ ਕੀਤੀ ਸੀ, ਜਿਹਨੂੰ ਅੱਜ ਆਪਾਂ ਕਹਿੰਦੇ ਆ ਬੀੜ ਬਾਬਾ ਬੁੱਢਾ ਜੀ। ਉੱਥੇ ਦੀ ਦੇਖ ਰੇਖ ਜਿਹੜੀ ਆ ਬਾਬਾ ਬੁੱਢਾ ਸਾਹਿਬ ਦੇ ਜੁੰਮੇ ਲਾਈ ਗਈ ਸੀ। ਤੇ ਉੱਥੇ ਹੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬਾਬਾ ਬੁੱਢਾ ਜੀ ਦੀ ਬੇਰ ਹੈ, ਜਿੱਥੇ ਬੈਠ ਕੇ ਸਰੋਵਰ ਦੀ ਸੇਵਾ, ਹੋਰ ਸੇਵਾਵਾਂ ਜਿਹੜੀਆਂ ਸਨ, ਬਾਬਾ ਬੁੱਢਾ ਸਾਹਿਬ ਜੀ ਅਣਗਿਣਤ ਸੇਵਾਵਾਂ ਕਰਾਉਂਦੇ ਸਨ। ਤੇ ਇੱਕ ਦਿਨ ਉਹ ਸਰੀਰ ਜਿਹੜਾ ਸੀ ਬੜਾ ਕਮਜ਼ੋਰ ਹੋ ਗਿਆ। ਆਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ, ਗੁਰੂ ਹਰਗੋਬਿੰਦ ਸਾਹਿਬ ਦੀ, ਤੇ ਦੇਖਿਆ ਕਿ ਬੜੀ ਮੁਸ਼ਕਲ ਦੇ ਨਾਲ ਸਹਾਰਾ ਦੇ ਕੇ ਸਿੱਖਾਂ ਨੇ ਨਾਲ ਲਿਆਂਦਾ। ਤੇ ਗੁਰੂ ਸਾਹਿਬ ਨੇ ਆਖਿਆ ਕਿ ਬਾਬਾ ਬੁੱਢਾ ਸਾਹਿਬ ਨੂੰ ਕਹਿ ਦਿਓ ਕਿ ਅੱਜ ਤੋਂ ਬਾਅਦ ਇੱਥੇ ਨਾ ਆਓ, ਤੁਹਾਡਾ ਸਰੀਰ ਬੜਾ ਕਮਜ਼ੋਰ ਹੈ। ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਕਹਿ ਦਿੰਦੇ ਕਿ ਬਾਬਾ ਬੁੱਢਿਆ ਤੂੰ ਮਰ ਜਾ ਤੇ ਮੈਂ ਕਬੂਲ ਕਰ ਲੈਂਦਾ, ਪਰ ਤੇਰੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ।
तेरे दर्शनां तो बिना नहीं रह सकता, मैं तो आवांगा जिन्ने तक मेरे अंदर सवास चलते आ। कहन लगे ठीक है, आउणा ते पालकी दे विच बिठा के लियाओ। फिर एक दिन मन किया, रमदास तो चले आ, पालकी दे विच सिखां ने बिठाया। इधर हुण भावना चरण शरण गुर एक पैंडा, जाए चल सतगुर कोट पैंडा, आगे वो लेत है। सतगुर रस्ते में जाके भेस बदल के खड़े हो गए। कहन लगे लियाओ भाई गुरसिखो, सानू भी मोढा लैन देन दिओ। जो मोढा लाया, तुसीं देखिआ होना पालकियां दे विच कपड़े लगे हुंदे सी, बंद हुंदियां सी, ते वो कहंदे हन पालकी दे विच अंदरों आवाज़ां देनियां शुरू कर दित्तियां, मैनूं उतार दिओ नहीं तो मैं छलांग मार देनी है। सिखां ने पुछया क्यों? कहन लगे तुहानूं पता कौन है? कहन लगे सिख है कोई? कहन लगे गुरु साहब जी है, गुरु हरगोबिंद साहब जी महाराज है। एक गल कही सी बाबा बुढ़ा साहब ने, कहन लगे ये तो जचदा है कि सिख दे मोढियां ते गुरु दी पालकी होवे, पर यह नहीं हुंदा भी कि गुरु दे मोढियां ते सिख दी पालकी, तो कदे भी नहीं होया। अज देखो ना किन्नी भावना दे नाल पालकी जिहड़ी आ साडी अज कौम नूं नहीं समझ आ रही। जिथे जागृति है उत्थे थोड़ा जिहा उन्होंने पालकियां हटा दे। पालकी हुंदी है सिर्फ आउण ते जाण वास्ते। राजे महाराजे तख्तां ते बैठदे सी, पालकियां दे विच नहीं बैठदे सी। अज तुसीं दरबार साहिब दी मर्यादा देख लो, उत्थे पालकी हीरियां दी भी बन सकदी है, पर पालकी दे उपर तख्त दे उपर गुरु साहब बैठदे। असीं तां पालकियां दे विच गुरु बिठा दिता। पालकी आउंदी है, पालकी दे विच ही गुरु साहब आउंदे आ, अकाल तख्त साहब कोठा साहब तो पालकी दे विच ही गुरु साहब महाराज वापस जाते। बैठते तख्त दे उपर है, तख्त ते विराजमान होंदे। ये जिहड़ी गुरु साहब महाराज ने किरपा की। ते कहंदे हन जिस वेले एक वचन लिया सी कि जिदन मेरा आखिरी समा होवे ते गुरु साहब तुसीं मेरे कोल होने चाहिए, ते सुनेहा भेजिया। गुरु हरगोबिंद साहब जी महाराज कोल गए रमदास, ते सारी रात गल्लां करदे। अमृत वेले इशनान करके अपना शरीर त्याग दिता, अपने हत्थी इशनान कराया, अर्थी तैयार हो गई। गुरु साहब जी महाराज दी भी अखां सेजल हो गई। गुरु साहब ने अर्थी चुकी है, कहने लगे हुण दसो बाबा बुढ़ा साहब, ते हुण तां तू बोल नहीं सकदा, मैं हुण अपने मोढियां ते तेरी अर्थी लैके अपने हत्थी अंतिम संस्कार गुरु हरगोबिंद साहब महाराज ने किया। जो हर का प्यारा सो सबना का, गुरु का बन गया, गुरु नानक का बन गया। तो गुरु ने फिर 6वें जामे विच जाके पूर्ण तौर पर सिख की आखिरी सवास तक ਉਹਦੀ ਪ੍ਰਤਪਾਲਣਾ ਕੀਤੀ है। सिख की करदा प्रतिपालन, सतगुर सिख ही करे प्रतिपाल, सेवक को गुर सदा दिया। तो वह महान शख्सियत जिन्हों ये मान प्राप्त होया, जिन्हों ने प्रबंध भी संभालिया, जो लोड़ पई आ कौम नूं भी संभालिया, बाबा बुढ़ा साहब की जिहड़ी शख्सियत है, तो उस तो असीं सदके जाने आ। क्योंकि सेध जिहड़ी है सानूं मिलदी है गुरु साहब के जीवन के विचों, जो सानूं सतगुरु महाराज ने महान साडे ते किरपा कीती है। तो गुरु महाराज किरपा करन, बख्शिश करन कि असीं उन्हां दे जीवन तो सेध लैके अपना जीवन जिहड़ा है वो सफला करिए। क्योंकि सतगुरु ने यह शब्द वरतिया ग्रंथ की संभाल करने वास्ते। ग्रंथी असीं एक शब्द वरतते हैं, मैं बेनती करके समाप्ति कर रहा। असीं शब्द वरतते हैं गुरु के वजीर। वजीर शब्द मैं बहुत बारी बेनती की है, वजीर जिहड़ा हुंदा है उनका सलाहकार। असीं गुरु के सलाहकार नहीं हाँ, असीं कौन होंगे गुरु नूं सलाह देने वाले। गुरु के सलाहकार गुरु आप ही सलाहकार है, किसी को नहीं पुछदा। तो गुरु के सलाहकार नहीं असीं, अदे उहदे सेवादार हाँ। सेवादार हो सकते हाँ, ग्रंथी हाँ, पर वजीर नहीं हाँ। वजीर हुंदा सलाहकार, बादशाह का सलाहकार वजीर हुंदा है। तो गुरु साहब महाराज फिर असीं जे वो पदवी भी गुरु साहब ने दिती है, तो उहनूं निभाउण दा भी गुरु साहब महाराज सानू बल बख्शण कि वो जिहड़ी शख्सियत जिहड़ी आ, क्योंकि उन्हां दे असीं चरनां दी धूड़ बनी हाँ, जिन्हां ने जीवन कमाया। अज भी हैं, ऐसा नहीं कि अज भी हैं जिहड़े गुरु की सिक्खी कमाउंदे आ, सिख जिहड़े आ। ते हैरान हो जाओगे, मैं कल ही पढ़ रहा जी थाईलैंड दे विच एक गुरु के सिख ग्रंथी ने 50 घंटिਆਂ ਦੇ ਵਿੱਚ एक चौंकड़े ਦੇ ਵਿੱਚ श्री अखंड पाठ साहब कीता और बोल के पाठ किया। अज भी है, ऐसा नहीं कि अज नहीं, उही हो तुसीं, तुहाडे अंदर खून उन्हां ही गुरमुख प्यारिਆਂ ਦਾ। ਵੱਖਰੀ ਗੱਲ है कि असीं जिद्दां मैं पहलां बेनती की, जिन्ना असीं कारोबार वाल ध्यान दिंदे, जिन्ना मगन उधर हैं उन्ना संगत विच मगन नहीं हुंदे। वो असीं कहने चलो हुण छुट्टी होएगी, बच्चा स्कूल जाएगा, की पढ़ेगा उत्थे जाके।
ਤੇ ਬਹੁਤ ਭਾਗਾਂ ਵਾਲੇ ਜੋ ਤੁਸੀਂ ਬੈਠ ਕੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹੋ, ਕਿਉਂਕਿ ਫਿਰ ਇਹ ਗੱਲ ਆ ਜਾਂਦੀ ਕਿ ਭਾਗਾਂ ਤੋਂ ਬਿਨਾਂ ਨਹੀਂ ਬੈਠਿਆ ਜਾਂਦਾ। ਤੇ ਸਤਿਗੁਰੂ ਮਹਾਰਾਜ ਦੇ ਅਰਦਾਸ ਕਰੋ ਕਿ ਸਤਿਗੁਰੂ ਮਹਾਰਾਜ ਮੈਨੂੰ ਸੰਗਤ ਦੇ ਦਿਓ। ਜਿਹਨੂੰ ਸੰਗਤ ਮਿਲ ਗਈ, ਸੰਗਤ ਮਿਲੀ ਆ, ਬੁੜੇ ਨੂੰ ਸੰਗਤ ਮਿਲੀ, ਬਾਬਾ ਬੁੱਢਾ ਬਣ ਗਿਆ। 113 ਸਾਲ ਸਿੱਖੀ ਦੀ ਸੇਵਾ ਕੀਤੀ, 113 ਸਾਲ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ